ਗਰੀਬ ਲੋਕ ਤਾਂ ਆਪਣੇ ਆਪ ਨੂੰ ਬਹੁਤ ਪਰੇਸ਼ਾਨੀ ਦੇ ਵਿੱਚ, ਬੜੇ ਦੁੱਖਾਂ ਦੇ ਵਿੱਚ, ਹਾਂਜੀ, ਬੜੀ ਹੀਣ ਭਾਵਨਾ ਦੇ ਵਿੱਚ, ਕਈ ਪਰੇਸ਼ਾਨੀਆਂ ਦੇ ਵਿੱਚ ਉਹਨਾਂ ਦਾ ਘਿਰੇ ਰਹਿਣਾ ਤਾਂ ਸਮਝ ਦੇ ਵਿੱਚ ਆਉਂਦਾ। ਪਰ ਜਿਨ੍ਹਾਂ ਲੋਕਾਂ ਦੇ ਕੋਲ ਹਰ ਤਰ੍ਹਾਂ ਦਾ ਸੁੱਖ ਆਪਣੇ ਚਿੱਤੋਂ ਖਰੀਦ ਲੈਣ ਦੀ ਤਾਕਤ ਹੁੰਦੀ ਹੈ, ਇੰਨੀ ਜ਼ਿਆਦਾ ਉਹਨਾਂ ਕੋਲ ਮਾਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜਾਂਦੀ ਆ, ਉਹ ਦੁਖੀ ਕਿਉਂ ਹੋ ਜਾਂਦੇ ਆ? ਹਾਂਜੀ, ਇੰਨਾ ਹੀ ਤੁਸੀਂ ਦੱਸਣਾ ਸੀਗਾ। ਪਿਛਲੇ ਹਫਤੇ ਪਰ ਦੱਸ ਨਹੀਂ ਸੀ ਪਾਏ, ਪਰ ਦਿਲਚਸਪੀ ਤੁਹਾਡੀ ਸਾਰਾ ਹਫਤਾ ਬਣੀ ਰਹੀ ਕਿ ਇਸ ਸਵਾਲ ਦਾ ਜਵਾਬ ਕੀ ਹੋਏਗਾ। ਕਾਫੀ ਸਾਨੂੰ ਤੁਸੀਂ ਟੈਲੀਫੋਨ ਕਰਕੇ, ਹਾਂਜੀ, ਉੱਦਾਂ ਵੀ ਜਵਾਬ ਦਿੱਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਵੀ। ਇੱਕ ਭੈਣ ਜੀ ਨੇ ਤਾਂ ਇਹ ਕਿਹਾ ਸੀਗਾ ਕਿ ਸੁਣਦੇ ਤਾਂ ਅਸੀਂ ਬਹੁਤ ਵੱਡੀ ਤਾਦਾਦ ਦੇ ਵਿੱਚ ਹਾਂ, ਪਰ ਜੇ ਅਸੀਂ 에ਅਰ 'ਤੇ ਗਏ ਨਾ ਤਾਂ ਫਿਰ ਸਾਡੇ ਰਿਸ਼ਤੇਦਾਰਾਂ ਨੇ, ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਜਾਣਾ ਵੀ ਮੈਂ 에ਅਰ 'ਤੇ ਆਈ ਸੀਗੀ। ਹਾਂਜੀ, ਅਤੇ ਉਹ ਸਾਡੇ ਲੋਕ ਕਹਿੰਦੇ ਵੀ, ਜਾਣਨ ਵਾਲੇ ਕਹਿੰਦੇ ਹੁੰਦੇ ਵੀ ਚੁੱਪ ਕਰਕੇ ਸੁਣਦੇ ਰਿਹਾ ਕਰੋ ਸਾਰੇ, ਅਤੇ ਬੋਲਣ ਦੀ ਨਹੀਂ ਲੋੜ ਹੁੰਦੀ। ਫਿਰ ਵੀ ਲੇਕਿਨ ਕਿ ਵੱਡੀ ਤਾਦਾਦ ਹੈ ਤੁਹਾਡੀ, ਤੁਸੀਂ ਦਿਲਚਸਪੀ ਰੱਖਦੇ ਹੋ, ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਔਰ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੇ ਹਨ। ਇਹੀ ਤਾਂ ਮਕਸਦ ਹੈ ਕਿ ਤੁਸੀਂ ਆਵੋ ਪ੍ਰੋਗਰਾਮ ਦੇ ਵਿੱਚ, ਸਵਾਲ ਦੇ ਜਵਾਬ ਦੇ ਰੂਪ ਦੇ ਵਿੱਚ ਗੱਲ ਕਰਕੇ ਜਾਵੋ। ਉਹਨਾਂ ਫਿਰ ਤੁਹਾਡੀਆਂ ਕਈਆਂ ਹੋਈਆਂ ਗੱਲਾਂ ਤੋਂ ਸੰਕੇਤ ਮਿਲਣ ਚੰਗੇ ਚੰਗੇ ਸਾਡੇ ਦਰਸ਼ਕਾਂ ਨੂੰ, ਅਤੇ ਉਹਨਾਂ ਨੂੰ ਇਹ ਕੈਨੇਡਾ ਧਰਤੀ 'ਤੇ ਆਪਣਾ ਜੀਵਨ ਬਿਹਤਰ ਕਰਨ ਦੇ ਵਿੱਚ ਮਦਦ ਮਿਲੇ, ਜੋ ਇਹ ਜ਼ਿੰਦਗੀ ਦਾ, ਹਾਂਜੀ, ਅਸੀਂ ਆਉਂਦੇ ਹਾਂ ਐਡੀ ਦੂਰ ਤਰੱਦਦ ਕਰਕੇ, ਹਾਂਜੀ। ਅਤੇ ਉਹ ਤਾਂ ਨਹੀਂ ਨਾ ਫਿਰ ਹੁਣ ਈਟੋਬੀਕੋ ਦੇ ਵਿੱਚ ਤਾਂ ਕੋਈ ਪੰਜਾਬੀਆਂ ਦੀਆਂ ਕਾਰਾਂ ਪੰਜਾਬੀ ਬੰਦਾ ਹੀ ਚੋਰੀ ਕਰ ਰਿਹਾ, ਔਰ ਕਈ ਲੋਕ ਕਹਿੰਦੇ ਕਿ ਸਾਡੇ ਨਾਲ ਦੇਖ ਕੇ ਆ ਕੇ ਗੱਲਾਂ ਕਰਕੇ ਜਾਂਦਾ। ਜੇ ਤਾਂ ਦੇਖ ਲਈਏ ਚੱਜ ਨਾਲ, ਫਿਰ ਉਹ ਕਹਿੰਦਾ ਮੇਰੀ ਗੈਸ ਮੁੱਕ ਗਈ, ਮੈਨੂੰ ਪੈਸੇ ਦੇ ਦਿਓ, 5 7 10 20 ਡਾਲਰ ਜਿੰਨੇ ਵੀ ਲੈ ਕੇ ਫਿਰ ਚੁੱਪ ਕਰਕੇ ਚਲੇ ਜਾਂਦਾ। ਪਰ ਜੇ ਉਹਨੂੰ ਲੱਗੇ ਕਿ ਗੱਡੀ ਸਟਾਰਟ ਕਰ ਗਏ ਆ ਜਾਂ ਦਾ ਲੱਗ ਸਕਦਾ, ਤਾਂ ਫਿਰ ਉਹ ਗੱਡੀ ਲੈ ਜਾਂਦਾ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ। ਹੁਣ ਦੇਖੋ, ਇਹੋ ਜਿਹੇ ਬੰਦਿਆਂ ਨੂੰ ਵੀ ਇੱਥੇ ਸਪੋਂਸਰ ਕੀਤਾ ਜਾਂਦਾ, ਅਕਸਰ ਉਹ ਆਉਂਦੇ ਆ, ਉਹਨਾਂ ਦਾ ਕਮਾਲ ਦਾ ਉਹ ਲੇਕਿਨ ਕਿ ਕੰਮ ਕਰਨ ਦਾ ਆਪਣਾ ਜਿਹੜਾ ਰਾਹ ਆ ਉਹ ਜ਼ਿੰਦਗੀ ਦੇ ਵਿੱਚ ਚੁਣਦੇ ਆ। ਖੈਰ, ਲੇਕਿਨ ਕਿ ਗਰੀਬ ਲੋਕ ਕਿਉਂ ਰਹਿੰਦੇ ਨੇ ਦੁਖੀ, ਅਮੀਰਾਂ ਦਾ ਦੁਖੀ ਰਹਿਣਾ ਤੇ ਸਮਝ ਆਉਂਦਾ, ਇਹਦਾ ਜਵਾਬ ਤੁਸੀਂ ਦੇਣਾ। ਲਾਈਨ ਸਾਡੀ ਕੋਈ ਵੀ ਨਹੀਂ ਖਾਲੀ, ਪਰ ਲੇਕਿਨ ਕਿ ਦੇਖਦੇ ਹਾਂ ਸਾਡੇ ਨਾਲ ਇਸ ਵੇਲੇ ਕੌਣ ਨੇ। ਹੈਲੋ, ਹੈਲੋ ਜੀ। ਹੈਲੋ ਜੀ। ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਹੈਲੋ ਜੀ। ਕਿਉਂ ਰਹਿੰਦੇ ਨੇ ਅਮੀਰ ਲੋਕ ਵੀ ਦੁਖੀ, ਇਹਦਾ ਜਵਾਬ ਦੇਣਾ, ਤੁਸੀਂ ਦਿਓ ਜਵਾਬ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਮੇਰਾ ਜਵਾਬ ਇਹੀ ਹੈ ਕਿ ਜਦੋਂ ਬੰਦੇ ਕੋਲ ਜ਼ਿਆਦਾ ਪੈਸੇ ਹੋ ਜਾਂਦੇ ਆ ਤੇ ਫਿਰ ਉਹ ਹੋਰ ਲਾਲਚੀ ਹੋ ਜਾਂਦਾ ਓਕੇ, ਵੀ ਹੋਰ ਹੋਣ। ਠੀਕ ਹੈ। ਤੇ ਇਸੇ ਕਰਕੇ ਉਹ ਦੁਖੀ ਰਹਿੰਦਾ ਤੇ ਪ੍ਰਭੂ ਦੇ ਨਾਮ ਤੋਂ ਉਹ ਦੂਰ ਰਹਿੰਦਾ। ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਕਰਮ ਸਿੰਘ। ਕਰਮ ਸਿੰਘ ਜੀ, ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਰੀਆਂ ਲਾਈਨਾਂ ਤੇ ਆ ਗਏ ਸੀ। ਇੱਕ ਭੈਣ ਜੀ ਨੇ ਇਹ ਜਵਾਬ ਵੀ ਵੈਸੇ ਸਾਨੂੰ ਆਫ ਦੀ ਏਅਰ ਦਿੱਤਾ ਸੀ, ਭਾਵੇਂ ਕਿ ਇਨਾਮ ਲਈ ਇਹ ਜਵਾਬ ਅਸੀਂ ਆਫ ਦੀ ਏਅਰ ਆਏ ਹੋਏ ਨਹੀਂ ਰੱਖ ਰਹੇ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਅਮੀਰ ਹੁੰਦੇ ਆ ਨਾ, ਇਹ ਸਾਰਿਆਂ ਨੇ ਜਿਹੜੀ ਆਪਣੀ ਹੱਕ ਹਲਾਲ ਦੀ ਇਹਨਾਂ ਨੇ ਪਸੀਨਾ ਵਹਾ ਕੇ ਮਿਹਨਤ ਨਾਲ ਕੀਤੀ ਹੋਈ ਕਮਾਈ ਨਹੀਂ ਹੁੰਦੀ, ਫਰਾਡ ਨਾਲ ਅਮੀਰ ਹੋਏ ਹੁੰਦੇ ਆ। ਅਤੇ ਜਦੋਂ ਇਹਨਾਂ ਕੋਲ ਬਹੁਤ ਸਾਰਾ ਪੈਸਾ ਆ ਜਾਂਦਾ, ਪਰ ਇਹਨਾਂ ਦੇ ਜਿਹੜੇ ਕੀਤੇ ਹੋਏ ਮਾੜੇ ਕੰਮ ਇਹਨਾਂ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੇ। ਇਹ ਵੀ ਇੱਕ ਭੈਣ ਜੀ ਦਾ ਜਵਾਬ ਆਇਆ ਸੀ। ਦੇਖਦੇ ਹਾਂ ਹੁਣ ਕੌਣ ਨੇ। ਹੈਲੋ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਵਾਲ ਸਿੰਘ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਹੈ? ਹਾਂਜੀ, ਮੈਂ ਜੀ ਬਲਬੀਰ ਢਿੱਲੋਂ ਬੋਲ ਰਹੀ ਹਾਂ ਜੀ। ਦੱਸੋ ਜੀ, ਆਇਆਂ ਨੂੰ। ਹਾਂਜੀ, ਥੈਂਕ ਯੂ ਜੀ। ਹਾਂਜੀ ਵੀਰ ਜੀ, ਤੁਸੀਂ ਪੁੱਛਿਆ ਸੀ ਵੀ ਜਿਹੜੇ ਗਰੀਬ ਨੇ ਉਹ ਤਾਂ ਦੁਖੀ ਰਹਿੰਦੇ ਹੀ ਨੇ, ਕਿਉਂਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਉਹ ਕੁੱਲੀ ਗੁੱਲੀ ਜੁੱਲੀ, ਜਿਹਨੂੰ ਆਪਾਂ ਕਹਿ ਦੇਵਾਂਗੇ ਵੀ ਰੋਟੀ ਕੱਪੜਾ ਮਕਾਨ, ਇਹਨਾਂ ਲੋੜਾਂ 'ਚ ਰੁੱਝੇ ਰਹਿੰਦੇ ਨੇ। ਉਹ ਪਰੇਸ਼ਾਨ ਨੇ, ਪੇਟ ਭਰ ਕੇ ਕੰਮ ਕਰਨ ਦੇ ਬਾਵਜੂਦ ਵੀ ਖਾ ਨਹੀਂ ਸਕਦੇ, ਠੀਕ ਆ। ਤੇ ਗਰੀਬ ਅਮੀਰ ਲੋਕ ਵੀ ਦੁਖੀ ਨੇ, ਕਿਉਂਕਿ ਉਹਨਾਂ ਕੋਲ ਇੰਨਾ ਧਨ ਆ, ਉਹ ਦਿਨ ਰਾਤ ਇਸ ਚਿੰਤਾ 'ਚ ਰਹਿੰਦੇ ਨੇ ਕਿ ਇਹਨਾਂ ਨੂੰ ਕਿੱਥੇ ਸਮੇਟੀਏ, ਕਿਵੇਂ ਲੁਕੋਈਏ। ਕਈ ਲੋਕ ਬਾਹਰਲੀ ਕੰਟਰੀ ਅਕਾਊਂਟ ਖੁਲਾ ਕੇ ਉੱਥੇ ਵੀ ਜਮ੍ਹਾਂ ਕਰਾਉਂਦੇ ਨੇ ਤਾਂ ਜੋ ਪਤਾ ਨਾ ਲੱਗ ਜਾਵੇ ਕਿੱਥੋਂ ਆਇਆ 2 ਨੰਬਰ ਦਾ ਪੈਸਾ। ਠੀਕ ਹੈ ਜੀ। ਚੰਗੀ ਗੱਲ ਇਹ ਆ, ਜਿਹੜੇ ਅਮੀਰ ਲੋਕ ਨੇ ਜਿਨ੍ਹਾਂ ਕੋਲ ਜ਼ਿਆਦਾ ਪੈਸਾ, ਕੁਰਬਾਨੀ ਦੇ ਅਨੁਸਾਰ ਜੇ ਇਹਦੇ 'ਚੋਂ ਥੋੜਾ ਜਿਹਾ 10ਵਾਂ ਦਸਾਉਣ ਇਹਨਾਂ ਗਰੀਬਾਂ ਨੂੰ ਦੇ ਦੇਣ। ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਠੀਕ ਹੈ। ਪਰ ਇਹ ਦਿੰਦੇ ਨਹੀਂ ਗੇ, ਆਪਣੇ ਮਤਲਬ ਪੈਸੇ ਸੰਭਾਲਣ ਦੀ ਚਿੰਤਾ ਦੇ ਵਿੱਚ ਲੱਗੇ ਰਹਿੰਦੇ ਨੇ। ਜੇ ਆਪਣਾ 10ਵਾਂ ਦਸਾਉਂਦ ਕੱਢ ਕੇ ਵੀ ਇਹਨਾਂ ਨੂੰ ਦੇ ਦੇਣ, ਇਹ ਵੀ ਸੁੱਖ ਦੀ ਨੀਂਦ ਸੌ ਜਾਣ ਤੇ ਗਰੀਬ ਲੋਕਾਂ ਨੂੰ ਵੀ ਥੋੜਾ ਜਿਹਾ ਆਸਰਾ ਮਿਲ ਜਾਵੇ। ਸੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਮੀਰ ਬੰਦਾ ਅਮੀਰ ਹੋ ਕੇ ਆਪਣੇ ਫਰਜ਼ ਭੁੱਲ ਜਾਂਦਾ, ਲੇਕਿਨ ਕਿ ਹੋਰ ਮਾਇਆ ਦੀ ਦੌੜ ਵਿੱਚ ਪੈ ਕੇ, ਹਾਂਜੀ, 99 ਦੇ ਚੱਕਰ 'ਚ, ਠੀਕ ਹੈ, 99 ਨੂੰ 100 'ਚ ਬਦਲਣ 'ਚ ਲੱਗਿਆ ਰਹਿੰਦਾ। ਠੀਕ ਹੈ ਭੈਣ ਜੀ। ਮਤਲਬ ਉਹਦੇ ਮਨ 'ਚ ਕੋਈ ਹਮਦਰਦੀ ਨਹੀਂ, ਕਿਸੇ ਲਈ ਕੋਈ ਨਹੀਂ ਹੈ। ਤੁਸੀਂ ਸਭ ਤੋਂ ਵੱਡਾ ਧਰਮ ਆ ਕਿਸੇ ਨੂੰ ਦੁਖੀ ਨੂੰ ਦੇਖ ਕੇ ਉਹਦੀ ਹੈਲਪ ਕਰ ਦੇਣੀ, ਇਹੀ ਧਰਮ ਆ।
ਤੁਸੀਂ ਭਾਵੇਂ ਭੈਣ ਉਹ ਜੀ ਹਿੰਦੂ ਆ ਚਾਹੇ ਸਿੱਖ, ਆਪਾਂ ਕਹਿੰਦੇ ਉਹ ਹਿੰਦੂ ਆ ਉਹ ਸਿੱਖ ਆ, ਇਹ ਨਹੀਂ ਧਰਮ ਹੈਗੇ। ਧਰਮ ਤਾਂ ਇਹੀ ਆ ਕਿ ਕਿਸੇ ਗਰੀਬ ਲਈ, ਕਿਸੇ ਦੁਖੀ ਬੰਦੇ ਲਈ ਮਨ 'ਚ ਹਮਦਰਦੀ ਹੋਣੀ। ਹਮਦਰਦੀ ਹੀ ਇੱਕ ਧਰਮ ਹੈ। ਤੁਸੀਂ ਜਾਣਾ ਚਾਹੋਗੇ ਪ੍ਰੇਮੀ ਫੈਸ਼ਨ ਤੇ ਕਿ ਸੀਕੇ ਲਿਕੁਇਡੇਸ਼ਨ ਤੇ? ਹਾਂ, ਭੇਜੋਗੇ? ਠੀਕ ਹੈ, ਦੇਖਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਅਸੀਂ ਕਿਉਂਕਿ ਦੇਖੋ ਜੀ, ਤੁਹਾਨੂੰ ਪਿਛਲੇ ਹਫਤੇ ਕਿਹਾ ਸੀਗਾ ਵੀ ਤੁਸੀਂ ਸਵਾਲ ਦਾ ਜਵਾਬ ਠੀਕ ਦੇ ਨਹੀਂ ਪਾਉਣਾ, ਔਰ ਅਸੀਂ ਆਸ ਰੱਖਦੇ ਹਾਂ ਕਿ ਅੱਜ ਇੱਕ ਹਫਤੇ ਬਾਅਦ ਤੁਸੀਂ ਸਵਾਲ ਦਾ ਜਵਾਬ ਠੀਕ ਦੇ ਦਿਓਗੇ। ਲਾਈਨਾਂ ਭਾਵੇਂ ਕੋਈ ਵੀ ਤੁਹਾਨੂੰ ਖਾਲੀ ਨਹੀਂ ਮਿਲਣੀ। ਆਸ ਕਰਦੇ ਹਾਂ ਕਿ ਅਸੀਂ ਤੁਹਾਨੂੰ ਭੇਜਣਾ ਚਾਹੁੰਦੇ ਹਾਂ, ਪਰ ਜੇ ਤੁਸੀਂ ਜਾਣਾ ਤਾਂ ਤੁਹਾਨੂੰ ਸਵਾਲ ਦਾ ਜਵਾਬ ਠੀਕ ਦੇਣਾ ਪਏਗਾ। ਪਰ ਲੱਗਦਾ ਇਹ ਆ ਵੀ ਤੁਸੀਂ ਜਵਾਬ ਸ਼ਾਇਦ ਇਸ ਵਾਰ ਵੀ ਨਾ ਦੇ ਪਾਓ, ਮੈਨੂੰ ਲੱਗਦਾ ਇਦਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਉਹ ਤਾਂ ਦੁਖੀ ਆ ਵੀ ਜਿਹੜਾ ਹੈਗਾ ਸਾਡੇ ਕੋਲ ਧਨ ਉਹ ਖੁੱਸ ਨਾ ਜਾਵੇ। ਓਕੇ, ਅੱਛਾ, ਜਿਹੜੀ ਮਾਇਆ ਕਿਤੇ ਮੁੱਕ ਨਾ ਜਾਵੇ। ਹਾਂਜੀ, ਉਹ ਖੁੱਸ ਨਾ ਜਾਵੇ ਸਾਡੇ ਕੋਲੋਂ। ਓਕੇ, ਵੀ ਇਹ ਬਣਿਆ ਰਵੇ ਇੰਨਾ ਕੁਝ। ਪਹਿਲਾਂ ਬਣਾਉਣ ਦਾ ਡਰ ਹੁੰਦਾ, ਬਣਨ ਤੋਂ ਬਾਅਦ ਉਹ ਖੁੱਸ ਨਾ ਜਾਵੇ। ਹਾਂਜੀ ਹਾਂਜੀ। ਓਕੇ, ਕੌਣ ਬੋਲ ਰਹੇ ਹੋ ਤੁਸੀਂ? ਪਰਵਿੰਦਰ ਸਿੰਘ। ਪਰਵਿੰਦਰ ਕੌਰ। ਅੱਛਾ ਜੀ, ਪਰਵਿੰਦਰ ਕੌਰ ਭੈਣ ਜੀ। ਠੀਕ ਹੈ ਭੈਣ ਜੀ, ਦੇਖਦੇ ਹਾਂ। ਬਹੁਤ ਮਿਹਰਬਾਨੀ। ਦੇਖੋ ਜੀ, ਪਹਿਲਾਂ ਤਾਂ ਹੁੰਦਾ ਕਿ ਮਾਇਆ ਆਵੇ ਬਹੁਤ ਸਾਰੀ, ਤੇ ਜਦੋਂ ਆ ਜਾਂਦੀ ਆ ਫਿਰ ਬੰਦੇ ਨੂੰ ਡਰ ਹੁੰਦਾ ਵੀ ਕਿਤੇ ਚਲੀ ਨਾ ਜਾਏ, ਹੈ ਨਾ ਜੀ। ਸੋ ਇਹ ਸਾਰੀ ਸਾਂਭ ਸੰਭਾਲ ਦੇ ਵਿੱਚ ਹੀ ਮੇਰਾ ਜਿਹੜਾ ਬੰਦਾ ਸੁਖੀ, ਉਹਦਾ ਆਨੰਦ ਮਾਣਨ ਦੀ ਬਜਾਏ ਦੁਖੀ ਹੋਇਆ ਰਹਿੰਦਾ। ਇਦਾਂ ਕਹਿੰਦੇ ਨੇ ਪਰਵਿੰਦਰ ਕੌਰ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਜੀ, ਕੀ ਹਾਲ ਹੈ? ਬਹੁਤ ਵਧੀਆ, ਠੀਕ ਹੈ। ਤੁਸੀਂ ਸੁਣਾਓ ਕਿਵੇਂ ਜੀ? ਬਹੁਤ ਵਧੀਆ, ਚੜ੍ਹਦੀ ਕਲਾ। ਦੱਸੋ। ਅੱਛਾ, ਮੇਰਾ ਤਾਂ ਇੱਕੋ ਕਹਿਣਾ ਹੈ ਕਿ ਅਮੀਰ ਉਦੋਂ ਹੀ ਦੁਖੀ ਹੁੰਦਾ ਹੈ ਜਦੋਂ ਆਪਣੇ ਤੋਂ ਵੱਡੇ ਅਮੀਰ ਨੂੰ ਦੇਖ ਲੈਂਦਾ ਜੀ। ਓਕੇ, ਅੱਛਾ, ਉਹ ਫਿਰ ਉਹਦੇ ਬਰਾਬਰ ਦਾ ਹੋਣਾ ਚਾਹੁੰਦਾ ਹੈ ਨਾ ਜੀ। ਹਾਂ, ਉਹ ਹਮੇਸ਼ਾ ਉਹਨੂੰ ਲੱਗਦਾ ਕਿ ਮੇਰੇ ਤੋਂ ਜ਼ਿਆਦਾ ਅਮੀਰ ਨਾ ਹੋ ਜਾਏ। ਜਦੋਂ ਆਪਣੇ ਤੋਂ ਵੱਡੇ ਅਮੀਰ ਨੂੰ ਦੇਖ ਲੈਂਦਾ ਉਦੋਂ ਹੀ ਉਹਨੂੰ ਦੁੱਖ ਹੁੰਦਾ ਹੈ ਜੀ। ਠੀਕ ਹੈ ਜੀ, ਕੀ ਨਾ ਤੁਹਾਡਾ? ਮੇਰਾ ਨਾਮ ਹਰਦਿਆਲ ਸਿੰਘ ਹੈ ਜੀ। ਹਰਦਿਆਲ ਸਿੰਘ ਜੀ, ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਬੜੀ ਮਿਹਰਬਾਨੀ। ਬੜਾ ਇਹਨਾਂ ਨੇ ਦੇਖੋ, ਇਹ ਤਾਂ ਹੁੰਦਾ ਹੀ ਆ ਨਾ ਕਿ ਜਦੋਂ ਬੰਦਾ ਗਰੀਬ ਹੁੰਦਾ, ਬੰਦੇ ਕੋਲ ਕੱਖ ਨਹੀਂ ਹੁੰਦਾ, ਉਹ ਆਪਣੇ ਗੁਆਂਢੀ ਦੀ ਵੱਡੀ ਕੋਠੀ ਵੱਲ ਦੇਖ ਕੇ ਵੀ ਮੈਂ ਵੀ ਇਹਦੇ ਵਰਗਾ ਹੋਣਾ ਚਾਹੁੰਦਾ, ਤੇ ਜਦੋਂ ਉੱਦਾਂ ਦਾ ਹੋ ਜਾਂਦਾ ਫਿਰ ਉਹ ਗਾਂ ਹੋਰ ਵੱਡੀ ਕੋਠੀ ਵੱਲ ਦੇਖਣ ਡਿਆ ਪੈਂਦਾ ਵੀ ਮੇਰਾ ਹੁਣ ਇਦਾਂ ਦਾ ਕੰਮ ਹੋ ਜਾਵੇ। ਪਰ ਤੁਸੀਂ ਦੇਖੋ ਕਿ ਪ੍ਰਿੰਸ ਚਾਰਲਸ ਵਰਗੇ ਹੈ ਜੀ, ਉਹਨਾਂ ਨੇ ਹੁਣ ਜੋ ਕੁਝ ਹੈਗੇ ਆ ਉਹ ਤੋਂ ਵੱਡੇ ਤਾਂ ਨਹੀਂ ਨਾ ਬਣਨਾ। ਪ੍ਰਿੰਸ ਉਹ ਜੰਮਦਾ ਹੀ ਆ, ਰਾਜਾ ਉਹਨੇ ਬਣ ਜਾਣਾ ਇੱਕ ਦਿਨ। ਜਿਹੜਾ ਉਹਦਾ ਪੁੱਤਰ ਆ ਪ੍ਰਿੰਸ ਹੈਗਾ ਹੀ ਆ, ਰਾਜਾ ਉਹਨੇ ਇੱਕ ਦਿਨ ਬਣ ਜਾਣਾ। ਜਿਹੜਾ ਮੁੰਡਾ ਉਹਦੇ ਘਰ ਹੋਇਆ ਆ ਵਿਲੀਅਮ ਦੇ, ਉਹ ਪ੍ਰਿੰਸ ਹੈਗਾ ਹੀ ਆ, ਰਾਜਾ ਉਹਨੇ ਇੱਕ ਦਿਨ ਬਣ ਜਾਣਾ। ਹਾਂਜੀ, ਤੇ ਉਹ ਦੇਖੋ ਵੀ ਇੱਕ ਬੱਚੇ ਨੇ ਜੇ ਜਨਮ ਲੈਣਾ ਹੋਵੇ, ਦੁਨੀਆ 'ਚ ਕਿੰਨੇ ਬੱਚੇ ਰੋਜ਼ ਜਨਮ ਲੈਂਦੇ ਆ, ਉਹ ਸਾਰੀ ਦੁਨੀਆ ਨੂੰ ਤੇ ਉਹ ਦਿਨ ਵਕਤ ਪਿਆ ਰਿਹਾ ਵੀ ਇੰਗਲੈਂਡ ਦੇ ਵਿੱਚ ਇੱਕ ਬੱਚੇ ਨੇ ਜਨਮ ਲੈਣਾ। ਉਹ ਵੀ ਲੋਕ ਨੇ, ਤੇ ਦੁਖੀ ਤਾਂ ਉਹ ਵੀ ਹੋ ਜਾਂਦੇ ਆ। ਕਿਉਂ ਹੋ ਜਾਂਦੇ ਆ ਅਮੀਰ ਆਦਮੀ ਦੁਖੀ? ਇਹ ਦੱਸ ਰਹੇ ਹੋ ਤੁਸੀਂ। ਸੁਨੰਦਾ ਪੁਸ਼ਕਰ ਪਹਿਲਾਂ ਆਮ ਸੀਗੀ, ਬਹੁਤ ਅਮੀਰ ਹੋ ਗਈ। ਅਮੀਰ ਹੋਣ ਤੋਂ ਬਾਅਦ ਮਿਲੀਅਨਸ ਆਫ ਡਾਲਰਸ ਆ ਜਾਣ ਤੋਂ ਬਾਅਦ ਇੰਨੀ ਦੁਖੀ ਹੋ ਗਈ ਕਿ ਜਿਸ ਤਰੀਕੇ ਦੇ ਨਾਲ ਉਹਦੇ ਨਾਲ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਮੀਰ ਲੋਕ ਦੁਖੀ ਕਿਉਂ ਹੁੰਦੇ ਨੇ? ਹੈਲੋ ਹੈਲੋ ਜੀ। ਜੀ ਸਤਿ ਸ਼੍ਰੀ ਅਕਾਲ, ਬੋਲੋ ਜੀ। ਹਾਂਜੀ ਭਾਈ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਆਇਆਂ ਨੂੰ ਸ਼ੁਕਰੀਆ, ਤੁਹਾਡੇ ਕਰਕੇ ਵਧੀਆ ਜੀ, ਤੁਸੀਂ ਬਣਾਉਂਦੇ ਹੋ ਇਹਨੂੰ ਵਧੀਆ, ਬਹੁਤ ਮਿਹਰਬਾਨੀ। ਹਾਂਜੀ ਭਾਜੀ, ਜੇ ਵੱਡੇ ਲੋਕ ਆ, ਅਮੀਰ ਲੋਕ ਨਾ, ਉਹ ਦੁਖੀ ਆ, ਪਤਾ ਨਹੀਂ ਕਿਉਂ ਦੁਖੀ। ਉਹ ਆਪਦੀ ਲਾਲਸਾ ਦੇ ਵਿੱਚ ਦੁਖੀ ਆ। ਪਰ ਸਾਨੂੰ ਤਾਂ ਵੱਡੇ ਬੰਦਿਆਂ ਤੋਂ ਬੜਾ ਡਰ ਲੱਗਦਾ। ਅੱਛਾ ਜੀ। ਵੱਡੀਆਂ ਵੱਡੀਆਂ ਕਾਰਾਂ ਦੇ ਉੱਤੇ ਵੱਡੇ ਵੱਡੇ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖਾਇਆ, ਗੁਰੂ ਨਾਨਕ ਸਾਹਿਬ ਜੀ ਨਾਮ ਲਿਖਾਇਆ ਹੋਇਆ, ਪਰ ਲੋਕਾਂ ਦੇ ਤਾਰੇ ਮਾਰਨੋਂ ਨਹੀਂ ਹਟਦੇਗੇ। ਠੀਕ ਹੈ। ਸੋ ਇਹ ਕੰਮ ਕਰਕੇ ਫਿਰ ਦੁਖੀ ਹੋਣਾ, ਜਦੋਂ ਲੋਕਾਂ ਨੇ ਕਿਸੇ ਦੇ ਕੋਈ ਪੈਸੇ ਮਾਰਨੇ ਦਾ, ਸਾਨੂੰ ਠੀਕ ਨਹੀਂ ਲੱਗਦਾ। ਠੀਕ ਹੈ ਜੀ ਸਰਦਾਰ। ਅੱਛਾ, ਤੁਹਾਡਾ ਨਾਮ ਕੀ ਹੈ ਜੀ? ਹਾਂਜੀ, ਬਲਰਾਜ ਸਿੰਘ ਨਾਮ। ਬਲਰਾਜ, ਤੁਹਾਡਾ ਫਿਰ ਜਵਾਬ ਇਹੀ ਹੋਇਆ ਵੀ ਪਤਾ ਹੀ ਨਹੀਂਗਾ ਵੀ ਉਹ ਦੁਖੀ ਕਿਉਂ ਨੇ, ਹੈ ਨਾ ਜੀ? ਹਾਂਜੀ। ਠੀਕ ਹੈ ਜੀ, ਦੇਖਦੇ ਹਾਂ ਭਾਈ ਸਾਹਿਬ, ਬਹੁਤ ਮਿਹਰਬਾਨੀ। ਇਹ ਵੈਸੇ ਤਾਂ ਹੈ ਕਿ ਬਾਣੀ ਤਾਂ ਸਾਨੂੰ ਇਹ ਕਹਿੰਦੀ ਆ ਕਿ ਜੇ ਤੁਸੀਂ ਮਾਇਆ ਨੂੰ ਫੜੋਗੇ ਇਹ ਤੁਹਾਡੇ ਤੋਂ ਦੂਰ ਭੱਜੂਗੀ, ਜੇ ਤੁਸੀਂ ਮਾਇਆ ਨੂੰ ਛੱਡੋਗੇ ਇਹ ਹੋ ਸਕਦਾ ਤੁਹਾਡੇ ਕਰੀਬ ਆ ਜਾਵੇ, ਹੈ ਨਾ? ਕਿਹਾ ਤਾਂ ਇਹ ਜਾਂਦਾ ਨਾ ਵੀ ਸੰਸਾਰ ਦੇ ਵਿੱਚੋਂ ਜੋ ਕੁਝ ਤੁਸੀਂ ਲੈਣਾ ਚਾਹੁੰਦੇ ਹੋ ਪਹਿਲਾਂ ਉਹ ਆਪਣੇ ਕੋਲੋਂ ਦਿਓ। ਸੁੱਖ ਲੈਣਾ ਚਾਹੁੰਦੇ ਹੋ ਤੇ ਪਹਿਲਾਂ ਸੁੱਖ ਦਿਓ। ਦੁੱਖ ਤੇ ਕੋਈ ਲੈਣਾ ਹੀ ਨਹੀਂ ਚਾਹੁੰਦਾ, ਤੇ ਪਰ ਦੁੱਖ ਦੂਸਰਿਆਂ ਨੂੰ ਕਈ ਦਿੰਦੇ ਹਨ ਤੇ ਫਿਰ ਉਹ ਪਾਉਂਦੇ ਵੀ ਹਨ ਕਈ ਗੁਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ, ਕੀ ਹਾਲ ਚਾਲ ਹੈ? ਬਹੁਤ ਵਧੀਆ, ਚੜ੍ਹਦੀ ਕਲਾ। ਤੁਸੀਂ ਦੱਸੋ? ਠੀਕ ਹੈ ਜੀ, ਮੈਂ ਗੁਰਦੀਪ ਸਿੰਘ ਬੋਲ ਰਿਹਾ ਜੀ। ਸਰਦਾਰ ਸਾਹਿਬ, ਤੇ ਮੈਂ ਜੇ ਗੁਰਬਾਣੀ ਦੇ ਆਧਾਰ ਨਾਲ ਦੇਖੋ ਕਹਿੰਦੇ ਜੀ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਇਹ ਚ ਗਰੀਬ ਅਮੀਰ ਸਾਰੇ ਆ ਜਾਂਦੇ ਆ, ਤੇ ਦੁੱਖ ਸੁੱਖ ਜਿਹੜਾ ਆ
ਜਿਸ ਤਰ੍ਹਾਂ ਗਰੀਬੀ ਅਮੀਰੀ ਆ, ਇਹ ਦੋਵੇਂ ਇੱਕ ਤਰ੍ਹਾਂ ਦੇ ਹੈਗੇ ਆ। ਜੀ ਗਰੀਬੀ ਅਮੀਰੀ, ਦੁੱਖ ਸੁੱਖ, ਫਿਰ ਕੋਈ ਵੀ ਦੁਨੀਆ 'ਚ ਏਦਾਂ ਬੰਦਾ ਨਹੀਂ ਹੈਗਾ ਜਿਹਨੂੰ ਕੋਈ ਦੁੱਖ ਨਾ ਹੋਵੇ। ਸਾਡੇ ਗੁਰੂਆਂ ਸਮੇਤ ਕਹਿੰਦੀ ਆ, ਦੁਖਤ ਪਾਂਡਵ ਭੈ ਮਜੂਰ, ਜਿਨ ਕੈ ਮਾਲਕ ਰਹਿਤ ਹਜ਼ੂਰ। ਕ੍ਰਿਸ਼ਨ ਦੇਵ ਜੀ ਹਰ ਟਾਈਮ ਉਹਨਾਂ ਦੇ ਲਾ ਲੈਂਦੇ ਤੇ ਦੁੱਖ ਸੁੱਖ ਹਰ ਬੰਦੇ ਦੇ ਆਉਂਦਾ, ਪਰ ਜਿਹੜਾ ਰੱਬ ਨਾਲ ਜੁੜਿਆ ਆ ਉਹਦੀ ਸਹਿਣ ਸ਼ਕਤੀ ਇੰਨੀ ਹੋ ਜਾਂਦੀ ਆ, ਉਹਨੂੰ ਦੁੱਖ ਵੀ ਸੁੱਖ ਲੱਗਦਾ ਹੈ। ਠੀਕ ਹੈ ਜੀ, ਮਿਹਰਬਾਨੀ। ਅੱਛਾ, ਦੁਖੀ ਤੇ ਸੁਖੀ ਹਾਂ ਹਰ ਇੱਕ ਬੰਦਾ ਹੀ ਆ ਤੁਸੀਂ ਕਹਿੰਦੇ ਆ? ਹੈਲੋ ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਹਰ ਇੱਕ ਬੰਦਾ ਦੁਖੀ? ਕੋਈ ਬੰਦਾ ਦੁਨੀਆ 'ਚ ਏਦਾਂ ਦਾ ਹੈ ਨਹੀਂ ਜਿਹਨੂੰ ਕਦੀ ਦੁੱਖ ਨਾ ਆਇਆ ਹੋਵੇ ਤੇ ਕਦੀ ਸੁੱਖ ਨਾ ਆਇਆ ਹੋਵੇ। ਕਿਉਂ? ਸਾਰੇ ਜਾਂਦੇ ਰਹਿੰਦੇ ਆ। ਕਿਉਂ? ਲੇਕਿਨ ਜਿਹੜਾ ਰੱਬ ਨਾਲ ਜੁੜਿਆ ਆ ਉਹਦੀ ਸਹਿਣ ਸ਼ਕਤੀ ਇੰਨੀ ਹੋ ਜਾਂਦੀ ਆ ਕਿ ਉਹ ਦੁੱਖ ਨੂੰ ਵੀ ਸੁੱਖ 'ਚ ਮਹਿਸੂਸ ਕਰਦਾ, ਸੁੱਖ ਵਰਗੇ। ਓਕੇ, ਪਰ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਦਾਂ ਕਿਉਂ ਆ। ਜਿਹੜਾ ਗਰੀਬ ਆ ਉਹ ਪੈਸੇ ਨੂੰ ਲੱਭਣ ਪਿੱਛੇ ਭੱਜਿਆ, ਤੇ ਗਰੀਬ ਅਮੀਰ ਜਿਹੜਾ ਉਹ ਪੈਸੇ ਨੂੰ ਸਾਂਭਣ ਪਿੱਛੇ ਲੱਗਿਆ। ਠੀਕ ਹੈ, ਦੋਵੇਂ ਫਸੇ ਹੋਆ। ਓਕੇ, ਇੱਕ ਅਜੀਬ ਦੌੜ ਦੇ ਵਿੱਚ ਪਿਆ ਹੋਇਆ ਮਨੁੱਖ, ਉਹ ਸਮਝ ਕਿੱਦਾਂ ਸਮਾਂ ਉਹ ਲੱਭਣ ਜ਼ਰੂਰੀ ਹੈ। ਠੀਕ ਹੈ ਜੀ, ਦੇਖਦੇ ਹਾਂ। ਬਹੁਤ ਮਿਹਰਬਾਨੀ। ਤੁਸੀਂ ਆਪਣੀ ਮਿਹਨਤ ਦੇ ਨਾਲ, ਆਪਣੀ ਕੋਸ਼ਿਸ਼ ਦੇ ਨਾਲ, ਹਾਂਜੀ, ਵਧੀਆ ਤੋਂ ਵਧੀਆ ਵੱਖਰਾ ਜਿਹੜਾ ਜਵਾਬ ਕਿਸੇ ਹੋਰ ਨੇ ਨਾ ਦਿੱਤਾ ਹੋਵੇ, ਕਿਉਂਕਿ ਵਿਜੇਤਾ ਤੇ ਤਦ ਹੀ ਹੋਵੋਗੇ। ਸਭ ਤੋਂ ਪਹਿਲਾਂ ਠੀਕ ਜਵਾਬ ਦਿਓਗੇ, ਦੂਸਰਿਆਂ ਨਾਲੋਂ ਵੱਖਰਾ ਦਿਓਗੇ। ਤੁਸੀਂ ਕੋਸ਼ਿਸ਼ ਕਰ ਰਹੇ ਹੋ, ਬਹੁਤ ਬਹੁਤ ਮਿਹਰਬਾਨੀ, ਔਰ ਲਗਾਤਾਰ ਸਾਡੇ ਨਾਲ ਲਾਈਨਾਂ ਤੇ ਬਣੇ ਹੋਏ ਹੋ। ਦੇਖਦੇ ਹਾਂ ਹੁਣ ਕੌਣ ਨੇ। ਹੈਲੋ ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਮੈਂ ਇਹ ਕਹਿਣਾ ਚਾਹੁੰਦਾ ਸੀ, ਤੁਸੀਂ ਕਹਿੰਦੇ ਨਾ ਵੀ ਅਮੀਰ ਕਿਉਂ ਦੁਖੀ ਹੁੰਦੇ ਆ? ਥੋੜਾ ਉੱਚੀ ਬੋਲੇ ਜੀ। ਹਾਂ, ਅਮੀਰ ਕਿਉਂ ਦੁਖੀ ਹੁੰਦੇ ਆ? ਹਾਂ, ਇਹਦਾ ਜਵਾਬ ਇਹ ਹੈ ਭਾਈ ਸਾਹਿਬ, ਮਾਫ ਕਰਨਾ, ਕਿ ਅਮੀਰ ਇਸ ਕਰਕੇ ਦੁਖੀ ਹੁੰਦੇ, ਉਹਨੇ ਆਪਣੀ ਗਰੀਬੀ ਦੇਖੀ ਹੁੰਦੀ ਪਹਿਲਾਂ। ਓਕੇ ਜੀ, ਇਸ ਕਰਕੇ ਉਹ ਸੋਚਦੇ ਹੈਗੇ ਆਪਣੀ ਗਰੀਬੀ ਮਾਰੇ ਬਚਪਨ ਵਿੱਚ ਜਿੱਦਾਂ ਉਹਨੇ ਪੈਸਾ ਕਮਾਇਆ, ਉਸ ਚੀਜ਼ ਕਹਿਣਾ ਮੈਂ ਦੇਖਦੇ ਤਾਂ ਉਹ ਦੁਖੀ ਹੁੰਦੇ ਸਾਂ। ਮੈਂ ਕੀ ਸੀਗਾ, ਕੀ ਹੋ ਗਿਆ? ਕੌਣ ਬੋਲ ਰਹੇ ਹੋ? ਮੈਂ ਤਰਲੋਕ ਸਿੰਘ ਪਰਮਾਰ ਬੋਲ ਰਿਹਾ ਹਾਂ। ਵਾਹ ਜੀ ਵਾਹ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਬਹੁਤ ਮਿਹਰਬਾਨੀ ਕਿ ਤੁਸੀਂ ਪ੍ਰੋਗਰਾਮ 'ਚ ਆਏ ਪਰਮਾਰ ਸਾਹਿਬ। ਹਾਂਜੀ ਹਾਂਜੀ ਹਾਂਜੀ, ਬਹੁਤ ਮਿਹਰਬਾਨੀ, ਬਹੁਤ ਵਧੀਆ ਜਵਾਬ ਦਿੱਤਾ ਤਰਲੋਕ ਸਿੰਘ ਜੀ ਪਰਮਾਰ ਨੇ। ਹਾਂਜੀ, ਦੇਖਦੇ ਹਾਂ ਹੁਣ ਕੌਣ। ਦੇਖੋ, ਆਮ ਤੌਰ 'ਤੇ ਪਰ ਇਹ ਕਿਹਾ ਜਾਂਦਾ ਹੁੰਦਾ ਵੀ ਜਿਹੜਾ ਹਾਂਜੀ ਪਹਿਲਾਂ ਜਿਹਦੇ ਕੋਲ ਕੱਖ ਵੀ ਨਹੀਂ ਸੀਗਾ, ਉਹਦੇ ਕੋਲ ਜਦੋਂ ਆਏ 4 ਛਿੱਲੜ ਤੇ ਉਹ ਤਾਂ ਭੁੱਲ ਹੀ ਗਿਆ ਆਪਣਾ ਬੀਤਿਆ ਸਮਾਂ। ਤੁਸੀਂ ਵੀ ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਯਾਰ ਉਹ ਤਾਂ ਫਲਾਨਾ ਬੰਦਾ ਤਾਂ ਐਂ ਸੀਗਾ, ਹੁਣ ਐਂ ਹੋ ਗਿਆ, ਤੇ ਉਹਨੂੰ ਤੇ ਪਿਛਲਾ ਸਾਡਾ ਉਹਨੂੰ ਯਾਦ ਹੀ ਨਹੀਂ ਰਿਹਾ, ਭੁੱਲ ਗਿਆ ਸਾਰਾ ਕੁਛ। ਪਰ ਇਹ ਤਰਲੋਕ ਸਿੰਘ ਜੀ ਕਹਿੰਦੇ ਆ ਵੀ ਭੁੱਲਦਾ ਨਹੀਂਗਾ, ਉਹ ਯਾਦ ਰੱਖਦਾ, ਯਾਦ ਕਰ ਕਰਕੇ ਦੁਖੀ ਹੁੰਦਾ ਰਹਿੰਦਾ। ਪਰ ਕਈਆਂ ਦਾ ਇਹ ਵੀ ਹੈ ਕਿ ਜਦੋਂ ਉਹ ਘੱਟ ਪੈਸੇ ਤੋਂ ਜ਼ਿਆਦਾ ਪੈਸੇ ਵਾਲੇ ਬਣਦੇ ਆ ਤੇ ਉਹ ਆਪਣੇ ਘੱਟ ਪੈਸੇ ਵਾਲੇ ਦਿਨਾਂ ਨੂੰ ਯਾਦ ਕਰਕੇ ਪ੍ਰਮਾਤਮਾ ਦੇ ਕਈ ਵਾਰੀ ਸ਼ੁਕਰਗੁਜ਼ਾਰ ਵੀ ਬੜੇ ਹੁੰਦੇ ਕਿ ਪ੍ਰਮਾਤਮਾ ਸਾਨੂੰ ਤੋਂ ਇੱਥੇ ਪਹੁੰਚਾਇਆ। ਕਿਉਂਕਿ ਅਸੀਂ ਆਮ ਤੌਰ 'ਤੇ ਇਹ ਹੁੰਦਾ ਨਾ ਵੀ ਸਾਡੇ ਕੋਲ ਬਹੁਤ ਵੱਡੀ ਕੋਠੀ ਹੋਵੇ, ਬਹੁਤ ਵੱਡੀ ਕਾਰ ਹੋਵੇ, ਬੜੇ ਕੱਪੜੇ ਹੋਣ, ਪਦਾਰਥ ਤਰ੍ਹਾਂ ਤਰ੍ਹਾਂ ਦੇ ਪਕਾ ਕੇ ਅਸੀਂ ਘਰਾਂ ਦੇ ਵਿੱਚ ਖਾਈਏ ਤੇ ਫਿਰ ਅਸੀਂ ਬੜੇ ਸੁਖੀ ਰਹਿੰਦੇ ਹਾਂ। ਪਰ ਉਹਨਾਂ ਘਰਾਂ ਦੇ ਵਿੱਚ ਕਿਤੇ ਜਾ ਕੇ ਦੇਖੋ ਤਾਂ ਸਹੀ। ਹੈਲੋ ਹੈਲੋ ਜੀ, ਅੱਗੇ ਚੱਲੀਏ ਜੀ। ਸੁਰਸਾਗਰ ਜੀ। ਹਾਂਜੀ ਭੈਣ ਜੀ। ਹੈਲੋ ਜੀ, ਹੈਲੋ ਬੋਲੋ ਭੈਣ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ। ਹਾਂਜੀ, ਮੇਰਾ ਨਾਮ ਹਰਬੰਸ ਕੌਰ ਹੈ ਜੀ। ਜੀ ਹਰਬੰਸ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਗਰੀਬ ਆ ਨਾ, ਉਹ ਆਪਣੀ ਮਿਹਨਤ ਦੇ ਨਾਲ, ਲਗਨ ਦੇ ਨਾਲ ਪੈਸਾ ਕਮਾਏਗਾ ਨਾ, ਤੇ ਉਹਦੀ ਜਿਹੜੀ ਜਨਾਨੀ ਆ ਉਹ ਘਰ ਸਾਥ ਦੇਗੀ ਨਾ ਉਹਦੀ, ਤੇ ਉਹ ਆਪਣਾ ਆਰਾਮ ਨਾਲ ਜ਼ਿੰਦਗੀ ਬਤੀਤ ਕਰ ਸਕਦਾ। ਜਿਹੜਾ ਬਹੁਤ ਅਮੀਰ ਆ ਨਾ, ਉਹ ਘਰ ਟਾਈਮ ਨਹੀਂ ਦਿੰਦਾ ਬੱਚਿਆਂ ਨੂੰ, ਟਾਈਮ ਨਹੀਂ ਦਿੰਦਾ ਬੱਚਿਆਂ ਨੂੰ, ਤੇ ਫਿਰ ਉਹ ਬੱਚੇ ਵੀ ਜਿਹੜਾ ਬਹੁਤ ਪੈਸਾ ਦੇਖਦੇ ਆ ਨਾ, ਤੇ ਉਹ ਬੱਚੇ ਇੱਧਰ ਉੱਧਰ ਭਟਕਦੇ ਫਿਰਦੇ ਆ। ਜਿਹੜੀ ਉਹਦੀ ਜਨਾਨੀ ਹੁੰਦੀ, ਘਰ ਵਾਲੀ ਜਿਹਨੂੰ ਆਪਾਂ ਕਹਿੰਦੇ ਆ, ਘਰ ਵਾਲੀ, ਤੇ ਉਹ ਵੀ ਆਪਣਾ ਉਹ ਕਹਿੰਦੀ ਆ ਵੀ ਠੀਕ ਹੈ, ਪੈਸੇ ਨੂੰ ਲੱਗਾ ਮੇਰਾ ਜਿੱਥੇ ਦਿਲ ਕਰਦਾ ਮੈਂ ਜਾਨੀ, ਆਪਣੀ ਕਾਰ ਚੁੱਕਦੀ ਤੇ ਚਲੇ ਜਾਨੀ ਆ। ਠੀਕ ਹੈ, ਰਾਈਟ। ਅੱਛਾ ਜੀ। ਤੇ ਇਸ ਕਰਕੇ ਮੈਂ ਇਹ ਚਾਹੁੰਦੀ ਹਾਂ ਕਿ ਜਿਹੜਾ ਗਰੀਬ ਆ ਨਾ, ਉਹ ਆਪਣੀ ਮਿਹਨਤ ਨਾਲ ਪੈਸਾ ਕਮਾਵੇ, 2 ਟਾਈਮ ਵਾਹਿਗੁਰੂ ਦਾ ਸ਼ੁਕਰ ਕਰੇ, ਪਰਮਾਤਮਾ ਦਾ ਵੀ ਸ਼ੁਕਰ ਹੈ ਪਰਮਾਤਮਾ ਜੀ, ਆਪਣੇ ਬੱਚਿਆਂ ਦੇ ਵਿੱਚ ਬੈਠ ਕੇ ਰੋਟੀ, ਉਹਦਾ ਪੈਸਾ ਜਿਹੜਾ ਕਮਾਇਆ ਉਹ ਸੰਭਾਲੇ, ਉਹ ਸੰਭਾਲੇ ਜਨਾਨੀ ਉਹਦੀ ਜਿਹੜੀ ਘਰ ਵਾਲੀ ਆ। ਠੀਕ ਹੈ ਜੀ। ਹਾਂਜੀ, ਤੇ ਫਿਰ ਉਹ ਚ ਬਰਕਤ ਵੀ ਬਹੁਤ ਆ ਔਰ ਸ਼ਾਂਤੀ ਵੀ ਬਹੁਤ ਆ, ਤੇ ਵਾਹਿਗੁਰੂ ਦਾ ਸਾਥ ਵੀ ਦਿੰਦਾ ਆ। ਠੀਕ ਹੈ, ਠੀਕ ਹੈ ਜੀ ਹਰਬੰਸ ਕੌਰ ਜੀ।
ਹਾਂਜੀ ਬਹੁਤ ਮਿਹਰਬਾਨੀ, ਚੰਗੀਆਂ ਗੱਲਾਂ ਉਹ ਕੀਤੀਆਂ ਤੁਸੀਂ। ਉਹ ਸਾਥ ਵੀ ਵਾਹਿਗੁਰੂ ਬੜਾ ਉਹਦਾ ਸਾਥ ਦਿੰਦਾ ਹੈ। ਰਾਤੀ ਸਵੇਰੇ ਉੱਠ ਕੇ ਨਿਤਨੇਮ ਕਰੇ, ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਕਰੇ, ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਉਹਦੇ ਵਿੱਚ। ਤੇ ਬਹੁਤੇ ਪੈਸੇ ਨਾਲ ਸ਼ਾਂਤੀ ਕਦੀ ਨਹੀਂ ਭਾਈ ਸਾਹਿਬ ਹੋ ਸਕਦੀ। ਬਹੁਤੀ ਮਾਇਆ ਨਾਲ ਤੇ ਸ਼ਾਂਤੀ ਭੰਗ ਹੋ ਜਾਂਦੀ ਜੇ ਹੋਵੇ ਵੀ ਤਾਂ। ਹਾਂਜੀ ਭੰਗ ਹੋ ਜਾਂਦੀ ਹੈ ਜ਼ਰੂਰ। ਮੈਂ ਇਹ ਕਹਿਣਾ ਚਾਹੁੰਦੀ ਆ, ਮੈਨੂੰ ਪਤਾ ਜੇ ਓਕੇ ਠੀਕ ਹੈ ਜੀ। ਬੱਚੇ ਜਿਹੜੇ ਆ ਉਹ ਅਵਾਰਾ ਹੋ ਜਾਂਦੇ ਆ, ਜਨਾਨੀ ਜਿਹੜੀ ਉਹ ਕਿਸੇ ਪਾਸੇ ਫਿਰਦੀ ਆ, ਉਹ ਪਰਵਾਹ ਨਹੀਂ ਕਰਦੀ ਉਹਦੀ। ਤੇ ਠੀਕ ਹੈ ਜੀ, ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਆਪਣੇ ਘਰ ਦੇ ਵਿੱਚ ਜਿਹੜਾ ਆਪਣਾ ਸਤ ਸੰਤੋਖ ਹੈ ਉਹਦੇ ਨਾਲ ਦੀ ਰੀਸ ਨਹੀਂ ਹੈਗੀ। ਠੀਕ ਹੈ ਜੀ, ਬਹੁਤ ਮਿਹਰਬਾਨੀ ਹਰਬੰਸ ਕੌਰ ਜੀ, ਬੜੀ ਬੜੀ ਮਿਹਰਬਾਨੀ। ਪਰ ਜ਼ਰੂਰੀ ਨਹੀਂਗਾ ਵੀ ਜੇ ਇਦਾਂ ਹੈ ਨਾ, ਦੇਖੋ ਵੀ ਹੁਣ ਕਈ ਔਰਤਾਂ ਵੀ ਬਹੁਤ ਅਮੀਰ ਹੋ ਜਾਂਦੀਆਂ। ਸੁਨੰਦਾ ਪੁਸ਼ਕਰ ਅਮੀਰ ਹੀ ਸੀਗੀ, ਕੀ ਬਣਿਆ। ਸੋ ਖੈਰ, ਲੇਕਿਨ ਕਿ ਤੁਸੀਂ ਲਾਈਨਾਂ ਤੇ ਤਾਂ ਬਹੁਤ ਆ ਰਹੇ ਹੋ, ਦੇਖਦੇ ਹਾਂ ਅੱਗੇ ਚੱਲ ਕੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਖੁਸ਼ੀ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ। ਜੇ ਖਰੀਦੀ ਜਾ ਸਕਦੀ ਹੁੰਦੀ ਤਾਂ ਅਮੀਰ ਬੰਦੇ ਖਰੀਦ ਲੈਂਦੇ ਤੇ ਸਾਰੇ ਖੁਸ਼ ਹੁੰਦੇ। ਖੁਸ਼ੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਬਹੁਤ ਵਧੀਆ ਗੱਲ ਕਹੀ ਤੁਸੀਂ। ਕੀ ਨਾਂ ਤੁਹਾਡਾ? ਹਾਂਜੀ, ਕੀ ਨਾਂ ਤੁਹਾਡਾ? ਜਸਵਿੰਦਰ ਕੌਰ। ਜਸਵਿੰਦਰ ਕੌਰ ਜੀ, ਅੱਛਾ। ਖੁਸ਼ੀ ਪੈਸੇ ਨਾਲ ਨਹੀਂ ਮਿਲ ਸਕਦੀ ਤੇ ਫਿਰ ਕਿੱਦਾਂ ਮਿਲ ਸਕਦੀ ਹੈ? ਕਿਉਂਕਿ ਜਿੱਦਾਂ ਸਟੋਰ ਤੋਂ ਕੋਈ ਸਮਾਨ ਲੈ ਕੇ ਆਉਂਦੇ ਆ, ਇਸ ਤਰ੍ਹਾਂ ਜੇ ਖਰੀਦੀ ਜਾ ਸਕਦੀ ਤਾਂ ਸਾਰੇ ਅਮੀਰ ਲੋਕ ਖਰੀਦ ਲੈਂਦੇ ਤੇ ਖੁਸ਼ ਹੁੰਦੇ। ਠੀਕ ਹੈ ਜੀ, ਜਸਵਿੰਦਰ ਕੌਰ ਜੀ ਭੈਣ ਜੀ, ਹੈ ਬਹੁਤ ਮਿਹਰਬਾਨੀ ਤੁਹਾਡੀ। ਚੰਗਾ ਜੀ। ਸੁਰ ਸਾਗਰ ਜੀ, ਹੈਲੋ। ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬੋਲੋ ਜੀ। ਹਾਂਜੀ, ਮੈਨੂੰ ਤਾਂ ਲੱਗਦਾ ਉਦੋਂ ਬੰਦੇ ਨੂੰ ਖੁਸ਼ੀ ਮਿਲਦੀ ਹੈ ਜ਼ਿਆਦਾ ਜਦੋਂ ਬੰਦਾ ਜ਼ਿਆਦਾ ਦੁਖੀ ਹੁੰਦਾ, ਜਦੋਂ ਰੱਬ ਨੂੰ ਭੁੱਲ ਜਾਂਦਾ। ਅੱਛਾ ਜੀ, ਹਾਂਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਅਵਤਾਰ ਹੈ ਜੀ। ਅਵਤਾਰ ਕੌਰ ਭੈਣ ਜੀ, ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ? ਹਾਂਜੀ, ਇੱਥੋਂ ਬੋਲ ਰਹੇ ਆ, ਬ੍ਰੈਂਟਨ ਤੋਂ। ਅੱਛਾ ਜੀ, ਠੀਕ ਹੈ ਭੈਣ ਜੀ, ਬਹੁਤ ਮਿਹਰਬਾਨੀ, ਦੇਖਦੇ ਹਾਂ ਅੱਗੇ ਚੱਲ ਕੇ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਹਾਂਜੀ, ਅਸਲ 'ਚ ਜਿਹੜਾ ਵੱਡਾ ਬੰਦਾ ਹੁੰਦਾ ਨਾ ਜੀ, ਉਹ ਤਾਂ ਦੁਖੀ ਹੁੰਦਾ, ਉਹ ਅੰਦਰ ਦਾ ਬਹੁਤ ਛੋਟਾ ਬੰਦਾ ਹੁੰਦਾ ਜੀ। ਉਹ ਦਿਲ ਛੋਟਾ ਹੋ ਜਾਂਦਾ ਹੈ ਨਾ ਜੀ। ਨਹੀਂ, ਉਹ ਅੰਦਰ ਦਾ ਬਹੁਤ ਛੋਟਾ ਬੰਦਾ ਹੁੰਦਾ, ਤੋਂ ਵੱਡਾ ਹੁੰਦਾ, ਵੀਰ ਹੋ ਗਿਆ, ਪਰ ਉਹਦਾ ਜਿਹੜਾ ਅੰਦਰ ਆ ਉਹ ਛੋਟਾ ਹੀ ਹੁੰਦਾ। ਠੀਕ ਹੈ ਜੀ। ਸੋ ਜਿਉਂ ਬੰਦਾ ਉਹ ਅੰਦਰੋਂ ਵੀ ਗਰੀਬ ਆ, ਬਾਹਰੋਂ ਵੀ ਗਰੀਬ ਆ। ਕੀ ਨਾਮ ਹੈ ਆਪਣਾ ਜੀ ਤੁਹਾਡਾ? ਮੇਰਾ ਨਾਮ ਬਲਵੰਤ ਸਿੰਘ ਹੈ ਜੀ। ਬਲਵੰਤ ਸਿੰਘ ਜੀ, ਬਹੁਤ ਮਿਹਰਬਾਨੀ ਪ੍ਰੋਗਰਾਮ 'ਚ ਆਏ ਤੁਸੀਂ, ਹੈ ਨਾ। ਦੇਖੋ ਨਾ ਕਿ ਕਹਿੰਦੇ ਕਿ ਜਿਵੇਂ ਜਿਵੇਂ ਘਰ ਵੱਡਾ ਹੋਈ ਜਾਂਦਾ, ਕਾਰ ਵੱਡੀ ਹੋਈ ਜਾਂਦੀ ਆ, ਕੱਪੜੇ ਜ਼ਿਆਦਾ ਆਈ ਜਾਂਦੇ ਆ, ਪਕਵਾਨ ਜ਼ਿਆਦਾ ਬਣੀ ਜਾਂਦੇ ਆ ਘਰ ਦੇ ਵਿੱਚ, ਉਹ ਬੰਦਾ ਛੋਟਾ ਹੋਈ ਜਾਂਦਾ। ਕਮਾਲ ਦੀ ਗੱਲ ਹੈ। ਆਮ ਤੌਰ 'ਤੇ ਆਪਾਂ ਪੈਸੇ ਵਾਲੇ ਬੰਦੇ ਨੂੰ ਵੱਡਾ ਬੰਦਾ ਕਹਿਣ ਲੱਗ ਜਾਂਦੇ ਆ ਵੀ ਇਹ ਵੱਡਾ ਬੰਦਾ ਬਹੁਤ ਆ ਬਈ। ਹਾਂਜੀ, ਪਰ ਜੀ ਤੁਸੀਂ ਹੁਣ ਫਿਰ ਲਾਈਨ 'ਤੇ ਆਓ ਨਾ, ਹੋਰ ਬਹੁਤ ਮਿਹਰਬਾਨੀ। ਸਾਰੀਆਂ ਲਾਈਨਾਂ 'ਤੇ ਤੁਸੀਂ ਲਗਾਤਾਰ ਬਣੇ ਹੋਏ ਹੋ। ਜਸਪ੍ਰੀਤ ਰੰਧਾਵਾ ਜੀ ਨੇ ਇਸ਼ਾਰਾ ਕਰਤਾ ਕਿ ਸਮਾਂ ਬਹੁਤਾ ਬਾਕੀ ਰਹਿ ਨਹੀਂ ਗਿਆ। ਅੱਜ ਸਾਡੇ ਕੋਲ ਵਿਜੇਤਾ ਹੈ। ਪੂਰਾ ਠੀਕ ਜਵਾਬ ਭਾਵੇਂ ਨਹੀਂ ਦਿੱਤਾ, ਪਰ ਲਗਭਗ ਠੀਕ ਜਵਾਬ ਦਿੱਤਾ। ਤੇ ਲਓ ਜੀ, ਫਿਰ ਗਰੀਬ ਤਾਂ ਦੁਖੀ ਹੋ ਸਕਦਾ, ਭਾਵੇਂ ਕਿ ਸਾਰੇ ਗਰੀਬ ਦੁਖੀ ਨਹੀਂ ਹੁੰਦੇ। ਜੇ ਉਹਨਾਂ ਨਾਲ ਗੱਲ ਕਰਕੇ ਦੇਖੀਏ, ਅਮੀਰਾਂ ਨਾਲੋਂ ਵਧੀਆ ਨੀਂਦ ਆਉਂਦੀ ਉਹਨਾਂ ਨੂੰ। ਸੋ ਕਿਉਂ ਹੈ ਅਮੀਰ ਆਦਮੀ ਵੀ ਦੁਖੀ? ਕਿਉਂਕਿ ਸੁੱਖ ਤੇ ਦੁੱਖ ਇਕੱਠੇ ਰਹਿਣੇ ਆ, ਇਹ ਕੁਦਰਤ ਦਾ ਇੱਕ ਨਿਯਮ ਹੈ। ਇਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਤੁਸੀਂ ਜਿਹੜੀ ਮਰਜ਼ੀ ਅਵਸਥਾ ਦੇ ਵਿੱਚ ਚਲੇ ਜਾਓ, ਇਕੱਲਾ ਸੁੱਖ ਨਹੀਂ ਕਦੇ ਮਿਲੇਗਾ, ਇਕੱਲਾ ਦੁੱਖ ਨਹੀਂ ਕਦੇ ਮਿਲੇਗਾ। ਇਹ ਕਦੀ ਨਹੀਂ ਹੋ ਸਕਦਾ ਕਿ ਕੋਈ ਬੰਦਾ ਸਾਰੀ ਉਮਰ ਦੁਖੀ ਰਵੇ, ਉਹਨੂੰ ਪਲ ਮਿਲਦੇ ਰਹਿਣਗੇ ਸੁੱਖ ਭੋਗਣ ਦੇ। ਇਹ ਕਦੀ ਨਹੀਂ ਹੋ ਸਕਦਾ ਕਿ ਕੋਈ ਬੰਦਾ ਸਦਾ ਸੁਖੀ ਰਵੇ, ਉਹਦੇ ਕੋਲ ਮੌਕੇ ਆਉਂਦੇ ਰਹਿਣਗੇ ਦੁਖੀ ਹੋਣ ਦੇ। ਆਪਾਂ ਦੇਖਦੇ ਹਾਂ ਕਿ ਫੁੱਲ ਦੇ ਵਿੱਚ ਮਹਿਕ ਹੈ, ਭਾਵ ਸੁੱਖ ਹੈ, ਤੇ ਨਾਲ ਕੰਡਾ ਵੀ ਹੈ, ਤਕਲੀਫ ਵੀ ਹੈ। ਸਾਨੂੰ ਇਸ਼ਾਰਾ ਮਿਲਦਾ ਹੈ ਕਿ ਸੁੱਖ ਤੇ ਦੁੱਖ ਇਕੱਠੇ ਨੇ। ਸੋ ਘੱਟ ਦੁੱਖ ਜਾਂ ਵੱਧ ਸੁੱਖ ਤਾਂ ਹੋ ਸਕਦੇ ਆ ਕਿਸੇ ਦੇ ਜੀਵਨ ਵਿੱਚ, ਪਰ ਝੱਲਣੇ ਹਰੇਕ ਨੂੰ ਦੋਨੇ ਹੀ ਪੈਂਦੇ ਆ। ਜੀਵਨ ਵਿੱਚ ਦੁੱਖ ਤੇ ਸੁੱਖ ਤੋਂ ਵਿਰਵੇ ਰਹਿਣਾ ਸੰਭਵ ਨਹੀਂ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ। ਤਾਂ ਹੀ ਤੇ ਜਦੋਂ ਕੋਈ ਰਿਸ਼ਤਾ ਹੁੰਦਾ, ਕਹਿੰਦੇ ਨੇ ਕਿ ਰਿਸ਼ਤਾ ਜੀ ਦੁੱਖ ਤੇ ਸੁੱਖ ਦਾ ਸਾਥ ਸਦਾ ਵਾਸਤੇ ਹੁੰਦਾ ਹੈ ਜੀ। ਅੱਜ ਕੱਲ੍ਹ ਤੇ ਵੈਸੇ ਕੋਈ ਰਿਸ਼ਤੇ ਕਹਿੰਦੇ ਜੀ ਕਿ ਸੁੱਖ ਦੇ ਹੀ ਆ, ਕਿ ਉੱਦਾਂ ਹੱਸਦੇ ਫਿਰਦੇ ਆ ਸਾਰੇ। ਜਦੋਂ ਥੋੜ੍ਹਾ ਜਿਹਾ ਸਮਾਂ ਭਾਰੀ ਬਣਦਾ ਫਿਰ ਤਾਂ ਕੋਈ ਵਿਰਲਾ ਹੀ ਸਾਥ ਦਿੰਦਾ ਹੈ ਨਾ। ਸੋ ਸੁੱਖਾਂ ਦੇ ਸਾਥ ਹੋ ਗਏ, ਪਰ ਹਰ ਰਿਸ਼ਤਾ ਦੁੱਖ ਤੇ ਸੁੱਖ ਦਾ ਸਾਥ ਸਮਝਿਆ ਗਿਆ। ਅੱਜ ਕੱਲ੍ਹ ਤਾਂ ਭਾਵੇਂ ਜਿਹੜੇ ਸਾਰੇ ਸੁੱਖ ਦੇ ਸਾਥੀ ਤੁਹਾਨੂੰ ਪਤਾ ਕਿ ਰਹਿ ਗਏ ਨੇ। ਸੋ ਗਰੀਬ ਲਈ ਖੁਸ਼ੀ ਦੇ ਮੌਕੇ ਤੇ ਅਮੀਰ ਲਈ ਗਮ ਦੇ ਮੌਕੇ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ। ਸੁੱਖ ਤੇ ਦੁੱਖ ਸਦਾ ਇਕੱਠੇ ਰਹਿੰਦੇ ਆ। ਇਹ ਜੀਵਾਂ ਦੇ ਲਈ ਕੁਦਰਤ ਦਾ ਇੱਕ ਨਿਯਮ ਹੈ। ਇਸ ਕਰਕੇ ਸੋ ਤੁਸੀਂ ਕਦੇ ਆਸ ਨਹੀਂ ਕਰ ਸਕਦੇ ਵੀ ਸਾਨੂੰ ਦੁੱਖ ਨਹੀਂ ਮਿਲੇਗਾ, ਤੁਸੀਂ ਕਦੇ ਆਸ ਨਹੀਂ ਕਰ ਸਕਦੇ ਕਿ ਸਾਨੂੰ ਸੁੱਖ ਹੀ ਨਹੀਂ ਮਿਲੇਗਾ।
ਕੁਦਰਤ ਦੇ ਨਿਯਮ ਅਨੁਸਾਰ ਤੁਹਾਡੇ ਕਰਮ ਦੇ ਲਿਹਾਜ਼ ਦੇ ਨਾਲ ਤੁਹਾਨੂੰ ਦੋਨੇ ਚੀਜ਼ਾਂ ਪ੍ਰਾਪਤ ਹੋਣਗੀਆਂ। ਸੋ ਅੱਛੇ ਤੇ ਮਾੜੇ ਕਰਮ ਜਿੱਦਾਂ ਬਣੇ ਰਹਿਣੇ ਇਨਸਾਨ ਦੇ ਨਾਲ, ਬੁਰੇ ਕੰਮਾਂ ਵਾਲੇ ਵੀ। ਹੁਣ ਜਨਮ ਤੇ ਸਾਰਿਆਂ ਦਾ ਧਰਤੀ ਤੇ ਇੱਕੋ ਜਿਹੇ ਹੁੰਦੇ ਬੱਚੇ ਸਾਰੇ, ਕੋਈ ਮਾੜਾ ਬਣ ਜਾਂਦਾ ਕੋਈ ਚੰਗਾ ਬਣ ਜਾਂਦਾ। ਕਿਉਂ? ਉਹਦਾ ਕਰਮ ਚੰਗਾ ਤੇ ਮਾੜਾ ਹੁੰਦਾ। ਸੋ ਜੇ ਚੰਗੇ ਤੇ ਮਾੜੇ ਕਰਮ ਰਹਿਣੇ ਆ, ਚੰਗੇ ਤੇ ਮਾੜੇ ਇਨਸਾਨ ਰਹਿਣੇ ਆ, ਜੀਵ ਰਹਿਣੇ ਆ, ਤੇ ਉੱਦਾਂ ਹੀ ਸੁੱਖ ਤੇ ਦੁੱਖ ਵੀ ਇਸ ਸੰਸਾਰ ਦੇ ਵਿੱਚ ਬਣੇ ਰਹਿਣਗੇ। ਸਾਡੇ ਤੋਂ ਪਹਿਲਾਂ ਵੀ ਸੀਗੇ, ਸਾਡੇ ਤੋਂ ਬਾਅਦ ਵੀ ਰਹਿਣਗੇ। ਅੱਛਾ ਕਰਮ ਸੁੱਖ ਤੇ ਬੁਰਾ ਕਰਮ ਦੁੱਖ ਦਿੰਦਾ। ਜ਼ਿਆਦਾ ਸੁੱਖ ਲਈ ਅੱਛਾ ਕੰਮ ਕਰਨਾ ਜ਼ਰੂਰੀ ਹੈ। ਜ਼ਿਆਦਾ ਸੁੱਖ ਲਈ ਅੱਛਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾ ਦੁਖੀ ਰਹਿਣਾ ਤੇ ਫਿਰ ਢੀਠਤਾਈ ਦੇ ਨਾਲ ਬੁਰਾਈ ਕਰਦੇ ਰਹੋ। ਕਈਆਂ ਨੂੰ ਅਸੀਂ ਕਹਿੰਦੇ ਨਾ ਜੀ ਸ਼ਰਾਬ ਨਾ ਪੀਓ, ਉਹ ਗਾਂ ਸਫਾਈਆਂ ਦੇਣ ਲੱਗ ਜਾਂਦੇ ਆ ਕਿ ਸ਼ਰਾਬ ਕੋਈ ਮਾੜੀ ਚੀਜ਼ ਨਹੀਂ ਹੈ। ਨਾਲ ਅਸੀਂ ਬਾਣੀ ਨੂੰ ਮੱਥਾ ਟੇਕਦੇ ਹਾਂ, ਨਾਲ ਅਸੀਂ ਗੁਰਦੁਆਰੇ ਆਈ ਤੇ ਜਾਈ ਜਾਂਦੇ ਹਾਂ, ਨਾਲ ਅਸੀਂ ਕਹਿੰਦੇ ਸ਼ਰਾਬ ਮਾੜੀ ਚੀਜ਼ ਨਹੀਂ ਹੈ। ਕਮਾਲ ਦੀ ਗੱਲ ਹੈ। ਪਰ ਫਿਰ ਉਹ ਜੀ ਸ਼ਰਾਬ ਛੱਡਣ ਦੀ ਗੱਲ ਕਰੀਏ ਤੇ ਫਿਰ ਕਈ ਵਾਰੀ ਗਲ ਪੈਣ ਤੱਕ ਜਾਂਦੇ, ਜਿੱਦਾਂ ਉਹਨਾਂ ਨੂੰ ਅਸੀਂ ਕੋਈ ਮੱਖਣ ਮਲਾਈ ਜਾਂ ਦੇਸੀ ਘੇ ਜਾਂ ਕੋਈ ਇਹੋ ਜਿਹੀ ਚੀਜ਼ ਛੱਡਣ ਨੂੰ ਉਹਨਾਂ ਨੂੰ ਗੁਜ਼ਾਈਅਤ ਕਹਿ ਰਹੇ ਹਾਂ। ਨਹੀਂ, ਖੈਰ। ਸੋ ਜੇ ਜ਼ਿਆਦਾ ਦੁਖੀ ਰਹਿਣਾ ਤੇ ਫਿਰ ਢੀਠਤਾਈ ਦੇ ਨਾਲ ਬੁਰਾਈ ਕਰਨਾ ਜਾਰੀ ਰੱਖਣਾ ਚਾਹੀਦਾ। ਪਰ ਇੱਦਾਂ ਲੱਗਦਾ ਨਹੀਂਗਾ ਕਿ ਸਾਡੀ ਜ਼ਿੰਦਗੀ ਦਾ ਇਹ ਮਨਸ਼ਾ ਆ। ਅਮੀਰੀ, ਮੈਂ ਨਹੀਂ ਸਮਝਦਾ ਜੀ ਕਿ ਬਹੁਤ ਸਾਰਾ ਪੈਸਾ ਅਮੀਰੀ ਦੀ ਨਿਸ਼ਾਨੀ ਹੈ। ਅਮੀਰੀ ਦੀ ਨਿਸ਼ਾਨੀ ਤੁਹਾਡੇ ਅੱਛੇ ਗੁਣ ਨੇ। ਜੇ ਤੁਸੀਂ ਅੱਛੇ ਗੁਣਾਂ ਦੇ ਧਾਰਨੀ ਹੋ ਜ਼ਿਆਦਾ ਦੇ ਤੇ ਫਿਰ ਤੁਸੀਂ ਅਮੀਰ ਹੋ। ਪਰ ਜੇ ਤੁਸੀਂ ਬੁਰਾਈਆਂ ਦੇ ਧਾਰਨੀ ਹੋ ਉਨੇ ਜ਼ਿਆਦਾ ਤੁਸੀਂ ਗਰੀਬ ਹੋ। ਔਗਣਾਂ ਨਾਲ ਭਰਿਆ ਜੀਵਨ ਗਰੀਬ ਹੈ। ਗੁਣਾਂ ਤੋਂ ਸਖਣਾ ਜਿਹੜਾ ਜੀਵ ਹੈ ਉਹ ਗਰੀਬ ਹੈ, ਪਛੜਿਆ ਹੋਇਆ। ਗੁਣਾਂ ਵਾਲਾ ਜਿਹੜਾ ਵਿਅਕਤੀ ਆ ਉਹ ਜ਼ਿੰਦਗੀ ਦੇ ਵਿੱਚ ਅਮੀਰ ਹੈ ਤੇ ਸਫਲ ਹੈ ਤੇ ਸੁਖੀ ਹੋਣ ਦੀ ਆਸ ਕਰ ਸਕਦਾ। ਆਪਾਂ ਪਿੱਛੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਪਾਣੀ ਮੈਲ ਕਿਉਂ ਧੋਂਦਾ। ਆਪਾਂ ਕਈ ਤਰ੍ਹਾਂ ਦੀਆਂ ਜਵਾਬ ਆਏ ਸੀਗੇ ਉਦੋਂ ਵੀ, ਹਾਂਜੀ। ਪਰ ਇੱਕ ਕੁਦਰਤ ਦਾ ਨਿਯਮ ਹੈ, ਪਾਣੀ ਨੂੰ ਅਸੀਂ ਜਿੰਨਾ ਮਰਜ਼ੀ ਮਲੀਨ ਕਰ ਦਈਏ, ਮੈਲ ਤੇ ਉਹ ਫਿਰ ਵੀ ਧੋਈ ਜਾਂਦਾ ਹੈ। ਸੋ ਇਸ ਕਰਕੇ ਆਪਣੇ ਅੱਛੇ ਕਰਮ ਦੇ ਨਾਲ ਆਪਣੇ ਦੁੱਖਾਂ ਨੂੰ ਧੋਣ ਦੀ ਕੋਸ਼ਿਸ਼ ਕਰਨਾ। ਦੁੱਖ ਤੁਸੀਂ ਘੱਟ ਤਾਂ ਕਰ ਸਕਦੇ ਹੋ, ਇਹਨੂੰ ਜ਼ਿੰਦਗੀ 'ਚੋਂ ਸਦਾ ਵਾਸਤੇ ਮਿਟਾ ਨਹੀਂ ਸਕਦੇ। ਕੋਈ ਨਾ ਕੋਈ ਵਿਧ ਬਣ ਜਾਂਦੀ ਹੈ ਕੁਦਰਤ ਵੱਲੋਂ ਹੀ ਕਿ ਜਿੰਨੇ ਮਰਜ਼ੀ ਸੰਤੁਸ਼ਟ ਤੇ ਖੁਸ਼ਹਾਲ ਤੁਸੀਂ ਅੱਛਾ ਕਰਮ ਕਰੋ, ਕਿਤੇ ਨਾ ਕਿਤੇ ਜ਼ਿੰਦਗੀ 'ਚ ਦੁੱਖ ਜਿਹੜਾ ਉਹ ਤੁਹਾਨੂੰ ਮਿਲਦਾ ਜ਼ਰੂਰ ਹੈ। ਸੋ ਇੱਕ ਕੁਦਰਤ ਦਾ ਨਿਯਮ ਹੈ ਜਿਹਨੂੰ ਕਿ ਅਸੀਂ ਅਲੱਗ ਕਰਕੇ ਨਹੀਂ ਦੇਖ ਸਕਦੇ, ਜਿੰਨੇ ਵੱਡੇ ਮਰਜ਼ੀ ਮਾਇਆਧਾਰੀ ਅਸੀਂ ਹੋ ਜਾਈਏ। ਗੁਰਦੇਵ ਸਿੰਘ ਜੀ ਨੇ ਕਿਹਾ ਸੀਗਾ, ਹਾਂਜੀ, ਫਿਰ ਗੱਲ ਕਿ ਦੁੱਖ ਤੇ ਸੁੱਖ, ਭਾਵੇਂ ਕਿਉਂ ਦਾ ਜਵਾਬ ਨਹੀਂ ਦੇ ਸਕੇ ਕਿ ਇੱਕ ਕੁਦਰਤ ਦਾ ਨਿਯਮ ਹੈ। ਉਹਨਾਂ ਨੇ ਕਿਹਾ ਸੀਗਾ ਕਿ ਸਾਰੇ ਦੁਖੀ ਨੇ। ਗੱਲ ਚਲੋ ਲਗਭਗ ਉਹਨਾਂ ਦਾ ਜਵਾਬ ਅਸੀਂ ਠੀਕ ਸਮਝਦੇ ਹਾਂ। ਬਾਕੀ ਤੁਹਾਡਾ ਸਭ ਦਾ ਧੰਨਵਾਦ। ਹੁਣ ਤੁਸੀਂ ਲਾਈਨਾਂ ਛੱਡ ਦਿਓ, ਕਿਸੇ ਵੀ ਲਾਈਨ ਤੇ ਤੁਸੀਂ ਬਣੇ ਨਾ ਰਹਿਣਾ ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ।